ਇਹ ਜਿਹੜੀ ਫਾਰਮਿੰਗ ਹੈ ਮੁੰਦਰਾ ਜਿਹੜਾ ਹੈ ਕੁਦਰਤ ਦਾ ਇੱਕ ਨਿਆਜ਼ ਤੋਹਫਾ ਹੈ। ਤੋ ਇਹਨਾਂ ਨੂੰ ਕੰਨਾਂ ਦੀ ਬਿਮਾਰੀ ਵੀ ਨਹੀਂ ਪੈਂਦੀ। ਇੱਥੇ ਕਜਲੇ ਲਿਆ ਜਾਨਵਰ ਨੂੰ ਜਿਹੜੇ ਕੰਨ ਖਰਾਬ ਹੋ ਜਾਂਦੇ ਨੇ। ਲੋਕਾਂ ਬੱਕਰੀਆਂ ਦੇ ਵੀ ਕੰਨ ਕੱਟੇ ਨੇ, ਉਹ ਦਾਗੀ ਹੋ ਜਾਂਦਾ ਜਾਨਵਰ। ਇਹ ਜਾਨਵਰ ਉਸ ਲਿਹਾਜ਼ ਨਾਲ ਬੜਾ ਬਿਹਤਰੀਨ ਹੈ। ਚੋ ਸਕਦੇ ਹੋ, ਵੇਖੋ ਜੀ ਖੁਰਾਕ ਤੇ ਡਿਪੈਂਡੈਂਟ ਹੁੰਦਾ ਦੁੱਧ। ਸਾਡੇ ਕੋਲ ਇੱਥੇ ਅਲਹਮਦੁਲਿਲਾ ਭੇਡਾਂ ਐਸੀਆਂ ਵੀ ਹਨ ਜਿਹੜੀਆਂ 1 ਕਿਲੋ ਤੋਂ ਜ਼ਿਆਦਾ ਦੁੱਧ ਦਿੰਦੀਆਂ ਨੇ। ਮਕਸਦ ਇਹ ਵੇ ਕਿ ਅਸਾਂ ਉਹਨਾਂ ਦੀ ਖੁਰਾਕ ਦਾ ਖਿਆਲ ਰੱਖਿਆ। ਇਹਦਾ ਦੁੱਧ ਬਹੁਤ ਜ਼ਿਆਦਾ ਮੁਫੀਦ ਹੁੰਦਾ ਜੇ। ਇੱਕ ਦੇਸੀ ਮਿਸਾਲ ਹੈ ਕਿ ਜਿਹੜਾ ਨਾ 7 ਮਲਾਈਆਂ ਲੱਥਦੀਆਂ ਨੇ ਪੇੜ ਦੇ ਦੁੱਧ ਤੋਂ। ਐਡਾ ਸੰਘਣਾ ਤੇ ਗਾੜਾ ਦੁੱਧ ਹੁੰਦਾ ਹੈ। अस्सलाम वालेकुम जी। वालेकुम अस्सलाम। सर की हाल है? अल्लाह दा एहसान जी। जनाब दा की नाम है? मेरा नाम अहमद अमीन है। अहमद साहब किस इलाके तो तलक है? जिला सियालकोट, तहसील संबड़ियाल। ठीक है। माशाल्लाह पिछले साल एक जनाब दा इंटरव्यू कीता सी, आवाम ने काफ़ी पसंद कीता ही। ਦੋਸਤਾਂ ਨੂੰ ਇਹ ਦੱਸੋ ਕਿ ਇਹ ਜਿਹੜੀ ਭੇਡਾਂ ਦੀ ਫਾਰਮਿੰਗ ਹੈ ਇਹ ਤੁਸੀਂ ਕਿੰਨੇ ਅਰਸੇ ਤੋਂ ਕਰਦੇ ਹੋ ਪਏ ਤੇ ਤੁਹਾਡਾ ਤਜਰਬਾ ਕਿਹਦਾ ਰਿਹਾ? ਜੀ ਇਹ ਤਕਰੀਬਨ 9-10 ਮਾਹ ਤੋਂ ਮੈਂ ਕਰਨਾ ਪਿਆ ਤੇ ਬੜਾ ਜ਼ਬਰਦਸਤ ਤਜਰਬਾ ਰਿਹਾ ਜੀ ਦਾ। ਇਹ ਜਾਨਵਰ ਜਿਹੜਾ ਜੇ ਬੱਕਰੀ ਦੀ ਨਿਸਬਤ ਬਹੁਤ ਅੱਛਾ ਹੈ, ਚੁਰਾਈ ਵਾਸਤੇ ਬਹੁਤ ਅੱਛਾ ਹੈ ਜਾਨਵਰ। ਉਸ ਤੋਂ ਇਲਾਵਾ ਇਹ ਜਿਹੜਾ ਇਹਦਾ ਬੱਚਾ 6 ਮਹੀਨੇ ਦਾ ਕੁਰਬਾਨੀ ਲੱਗ ਜਾਂਦਾ। ਬੱਕਰੀ ਦਾ ਜਿਹੜਾ ਉਹ 14 ਮਹੀਨੇ 10 ਦਿਨ ਬਾਅਦ ਦੋਂਦਾ ਹੁੰਦਾ ਹੈ। ਉਸ ਤੋਂ ਬਾਅਦ ਜਾ ਕੇ ਉਹ ਸੇਲ ਹੁੰਦਾ ਹੈ। ਉਸ ਹਵਾਲੇ ਨਾਲ ਇਹ ਜਿਹੜੀ ਫਾਰਮਿੰਗ ਹੈ ਮੁੰਦਰਾ ਜਿਹੜਾ ਹੈ ਕੁਦਰਤ ਦਾ ਇੱਕ ਨਿਆਜ਼ ਤੋਹਫਾ ਹੈ। ਤੋ ਇਹਨਾਂ ਨੂੰ ਕੰਨਾਂ ਦੀ ਬਿਮਾਰੀ ਵੀ ਨਹੀਂ ਪੈਂਦੀ। ਇੱਥੇ ਕਜਲੇ ਲਿਆ ਜਾਨਵਰ ਨੂੰ ਜਿਹੜੇ ਕੰਨ ਖਰਾਬ ਹੋ ਜਾਂਦੇ ਨੇ। ਲੋਕਾਂ ਬੱਕਰੀਆਂ ਦੇ ਵੀ ਕੰਨ ਕੱਟੇ ਨੇ, ਉਹ ਦਾਗੀ ਹੋ ਜਾਂਦਾ ਜਾਨਵਰ। ਇਹ ਜਾਨਵਰ ਉਸ ਲਿਹਾਜ਼ ਨਾਲ ਬੜਾ ਬਿਹਤਰੀਨ ਹੈ। ਠੀਕ ਹੈ। ਤੁਸੀਂ ਬੜੀ ਸੋਹਣੀ ਵੰਡ ਕੱਢੀ ਹੈ ਬੱਕਰੀਆਂ ਦੀ ਤੇ ਭੇਡਾਂ ਦੀ। ਦੂਸਰਾ ਹੈ ਕਿ ਜਿਹੜੀ ਨਸਲ ਹੈ ਤੁਹਾਡੇ ਕੋਲ ਮੁੰਦਰੀ, ਤੁਸੀਂ ਉਹਦੀ ਵੀ ਖੂਬੀ ਦਸੀ ਹੈ, ਯਾਨੀ ਕਿ ਕੰਨ ਛੋਟੇ ਨੇ, ਬਿਮਾਰੀ ਘੱਟ ਹੁੰਦੀ ਹੈ, ਬਿਮਾਰੀ ਸਖਤ ਜਾਨ ਹੁੰਦੀ ਹੈ। ਠੀਕ ਹੈ ਸਰ। ਜੀ ਤੁਸੀਂ ਇਸ ਕੰਮ ਦਾ ਆਗਾਜ਼ ਕੀਤਾ ਸੀ, ਕਿਹੜੀਆਂ ਭੇਡਾਂ ਲਈਆਂ ਸਨ? ਗੱਬਣ ਲਈਆਂ ਸਨ ਜਾਂ ਸੂਈਆਂ ਲਈਆਂ ਹਨ? ਉਹਦੇ 'ਚ ਸੂਈਆਂ ਵੀ ਸਾਰੇ, ਉਹਦੇ 'ਚ ਗੱਬਣ ਵੀ ਸਾਰੇ। ਆਪਣੀ ਖਰੀਦਦਾਰੀ ਦੇ ਮੁਤਲਕ ਵੀ ਚੰਦ ਅੱਛੇ ਟਿਪਸ ਦੇਣੇ ਨੇ ਕਿਸ ਇਲਾਕੇ 'ਚੋਂ ਜਾਨਵਰ ਖਰੀਦੇ, ਤੇ ਜਿਹੜਾ ਨਵੇਂ ਦੋਸਤ ਹੈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਦੱਸੋ ਕਿ ਜਾਨਵਰ ਦੀਆਂ ਕਿਹੜੀਆਂ ਖੂਬੀਆਂ ਵੇਖ ਕੇ, ਕਿਹੜੀਆਂ ਚੀਜ਼ਾਂ ਵੇਖ ਕੇ ਤੁਸੀਂ ਇਹ ਜਾਨਵਰ ਖਰੀਦਦੇ ਹੋ? ਜੀ ਇਹ ਜਾਨਵਰ ਅਸੀਂ ਜਨੂਬੀ ਪੰਜਾਬ ਵਾਲੀ ਸਾਈਡ ਤੋਂ ਲਿਆਉਂਦੇ ਆ, ਡੇਰਾ ਗਾਜ਼ੀ ਖਾਨ, ਨਾੜੀ ਮੰਡੀ। ਤੇ ਇਹ ਜਾਨਵਰ ਦੀ ਵੇਲ ਵੇਖਣੀ ਚਾਹੀਦੀ, ਇਹਦਾ ਨਕੌੜ ਵੇਖਣਾ ਚਾਹੀਦਾ, ਇਹਦੀ ਖੂਬਸੂਰਤੀ ਵੇਖਣੀ ਚਾਹੀਦੀ। ਇਹ ਚੀਜ਼ਾਂ ਵੇਖ ਕੇ ਖਰੀਦਦਾਰੀ ਕਰਨੀ ਚਾਹੀਦੀ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਡੇਰਾ ਗਾਜ਼ੀ ਖਾਨ ਕਾਫੀ ਦੂਰ ਹੈ। ਸਾਡੇ ਪੰਜਾਬ ਦੇ ਕਾਫੀ ਦੋਸਤ ਜਿਹੜੇ ਸਾਡੇ ਕਰੀਬੀ ਸ਼ਹਿਰ ਨੇ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਜੇਲਮ, ਇਸ ਸਾਈਡ ਦੇ ਅਗਰ ਦੋਸਤ ਭੇਡਾਂ ਲੈਣਾ ਚਾਹੁੰਦੇ ਨੇ ਜਾਂ ਜਿਹੜੀਆਂ ਛੋਟੀਆਂ ਇਹਨਾਂ ਦੀਆਂ ਪੱਠਾਂ ਨੇ ਉਹ ਲੈਣਾ ਚਾਹੁੰਦੇ ਨੇ, ਤੇ ਆਇਆ ਕਿ ਤੁਸੀਂ ਸੇਲ ਕਰੋ ਦੇ? ਜੀ ਬਿਲਕੁਲ ਮੁਨਾਸਬ ਕੀਮਤ ਦੇ ਉੱਤੇ ਸੇਲ ਕਰਾਂਦੇ ਅਸੀਂ। ਤੇ ਜਿਹੜਾ ਮਤਲਬ ਡੇਰਾ ਗਾਜ਼ੀ ਖਾਨ ਦਾ ਰੇਟ ਹੋਵੇਗਾ ਉਸੇ ਰੇਟ ਦੇ ਉੱਤੇ ਅਸੀਂ ਇੱਥੇ ਸੇਲ ਕਰਾਂਗੇ। ਅਸੀਂ ਫਾਰਮਰ ਹਾਂ, ਸਾਨੂੰ ਉੱਥੋਂ ਜ਼ਿਆਦਾ ਕਾਸਟਲੀ ਨਹੀਂ ਪੈਂਦੀ ਕਿਉਂਕਿ ਅਸਾਂ ਜਾਨਵਰ ਲਿਆਉਣਾ ਹੁੰਦਾ 50-100 ਤੋਂ ਇਕੱਠਾ। ਸਾਨੂੰ ਉਸ ਹਿਸਾਬ ਨਾਲ ਸਸਤਾ ਪੈ ਜਾਂਦਾ। ਕੱਲਾ ਜਾਨਵਰ ਖਰੀਦੀਏ ਤੇ ਉਹ ਮਹਿੰਗਾ ਪੈਂਦਾ, ਬਹੁਤ ਜ਼ਿਆਦਾ ਕਾਸਟਲੀ ਹੋ ਜਾਂਦਾ। ਤੁਹਾਡੇ ਕੋਲ ਸਰ ਕਿਹੜੇ ਜਾਨਵਰ ਮਿਲਣ ਦੇ? ਇਹ ਗੱਬਣ ਮਿਲਣ ਦੇ ਜਾਂ ਬੱਚੇ ਵਾਲੀਆਂ ਭੇਡਾਂ ਮਿਲਣ ਦੀਆਂ? ਬੱਚੇ ਵਾਲੀਆਂ ਭੇਡਾਂ ਵੀ ਹੈ ਨੇ, ਗੱਬਣ ਵੀ ਹੈ ਨੇ, ਲੇਲੇ ਵੀ ਹੈ ਨੇ। ਠੀਕ ਹੈ, ਮਾਸ਼ਾਅੱਲਾ ਜੀ। ਕਾਫੀ ਰੌਣਕ ਲੱਗੀ ਹੈ। ਸਕਰੀਨ ਤੇ ਇਹ ਭਾਈਆਂ ਦਾ ਨੰਬਰ ਆ ਰਿਹਾ, ਅਗਰ ਕੋਈ ਦੋਸਤ ਕੋਈ ਵੀ ਜਾਨਵਰ ਲੈਣਾ ਚਾਹੁੰਦਾ ਹੈ ਤੇ ਭਾਈਆਂ ਨਾਲ ਰਾਬਤਾ ਕਰ ਸਕਦਾ ਹੈ। ਸਰ ਇਹ ਦੱਸੋ ਕਿ ਇਹਨਾਂ ਦੀ ਜਿਹੜੀ ਤੁਸੀਂ ਰੂਟੀਨ ਰੱਖੀ ਹੈ ਰੋਜ਼ਾਨਾ ਦੀ, ਉਹ ਤੁਸੀਂ ਚਰਾਈ ਦੇ ਇਲਾਵਾ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਤੇ ਚਰਾਈ ਕਿੰਨੇ ਘੰਟੇ ਕਰਾਉਂਦੇ ਹੋ? ਜੀ ਅਸੀਂ ਇਹਨਾਂ ਨੂੰ ਫਸਟ ਟਾਈਮ ਜਿਹੜਾ ਤੂੜੀ ਦਾਣਾ ਚਲਾਉਂਦੇ ਆ। ਉਸ ਤੋਂ ਬਾਅਦ ਇਹ ਇੱਕ ਟਾਈਮ ਸੁਬਾਹ ਜਾਂਦੇ ਨੇ 2 ਘੰਟੇ ਚਰਾਈ ਤੇ, 3 ਘੰਟੇ ਸ਼ਾਮ ਨੂੰ ਜਾਂਦੇ ਨੇ। ਜਦੋਂ ਰਾਤ ਨੂੰ ਸੂਈਆਂ ਜਾਂ ਮਤਲਬ ਜਿਹੜੀਆਂ ਗੱਭਣ ਤਿਆਰ ਹੋਈਆਂ ਹੁੰਦੀਆਂ ਨੇ ਨਾ ਭੇਡਾਂ, ਜਿਨ੍ਹਾਂ ਨੂੰ 1 ਮਹੀਨਾ ਰਹਿ ਜਾਂਦਾ, ਉਹਨਾਂ ਦਾ ਅਸੀਂ ਵੰਡਾ ਸ਼ੁਰੂ ਕਰਦੇ ਨੇ। ਉਸ ਤੋਂ ਬਾਅਦ 1 ਮਹੀਨਾ ਪਹਿਲਾਂ ਤੇ 1 ਮਹੀਨਾ ਬਾਅਦ ਅਸੀਂ ਵੰਡਾ ਉਹਨਾਂ ਦਾ ਲਗਾਤਾਰ ਚਲਾਉਂਦੇ। ਉਹ ਸਰ ਜਿਹੜਾ ਵੰਡਾ ਵੇ, ਇਹ ਭੇਡ ਜਿਹੜੀ ਸੂਣਾ ਹੈ ਜਿਹੜੀ ਤਿਆਰ ਹੈ ਜਾਂ ਸੂਣ ਤੋਂ ਬਾਅਦ ਮਹੀਨਾ, ਉਹ ਵੰਡੇ ਦੀ ਥੋੜੀ ਵਜ਼ਾਹਤ ਕਰ ਦਿਓ ਨਾ ਕਿ ਉਹ ਵੰਡਾ ਕਿਹੜੀਆਂ ਚੀਜ਼ਾਂ ਦਾ ਤਿਆਰ ਕੀਤਾ ਤੇ ਉਹਦਾ ਤਰੀਕਾ ਇਸਤੇਮਾਲ ਕੀ ਹੈ? ਜੀ ਅਸੀਂ ਜਿਹੜਾ ਜੇ ਨਾ ਵੰਡਾ ਇਹ ਅਲਕਰਮ ਦਾ ਵੰਡਾ ਖਰੀਦ ਕੇ ਉਹ ਜਿਹੜਾ ਇਹਨਾਂ ਨੂੰ ਚਲਾ ਰਹੇ ਆ। ਤੇ ਉਹ ਵੰਡਾ ਜਿਹੜਾ ਤਕਰੀਬਨ ਅਸੀਂ 250 ਗ੍ਰਾਮ ਤੋਂ ਲੈ ਕੇ ਅੱਧਾ ਕਿਲੋ ਤੱਕ ਦਿੰਦੇ ਹਾਂ। ਇੱਕ ਦਿਨ ਦਾ? ਜੀ ਇੱਕ ਦਿਨ ਦਾ। ਭੇ ਕੇ ਦਿੰਦੇ ਹੋ ਜਾਂ ਸੁੱਕਾ ਦਿੰਦੇ ਹੋ? ਸੁੱਕਾ। ਉਸ ਤੋਂ ਬਾਅਦ ਪਾਣੀ ਖੁੱਲਾ ਰੱਖੀਦਾ।
ਪਾਣੀ ਦੀ ਕਮੀ ਨਹੀਂ ਆਉਣ ਦੇਈਦੀ ਜਾਨਵਰ ਨੂੰ। ਇਸ ਤੋਂ ਇਲਾਵਾ ਜਿਹੜਾ ਤੂੜੀ ਦਾਣਾ ਤੁਸੀਂ ਇਸਤੇਮਾਲ ਕਰਦੇ ਹੋ ਪਿਆਣਾ ਵਾਸਤੇ, ਉਹਦੇ 'ਚ ਕਿਹੜੀਆਂ ਚੀਜ਼ਾਂ ਸ਼ਾਮਲ ਜੇ? ਤੂੜੀ ਦੇ ਵਿੱਚ ਮਕਈ ਦੜਾ ਤੇ ਕਣਕ ਦੜਾ, ਦੋਵੇਂ ਚੀਜ਼ਾਂ ਸਾਡੇ ਕੋਲ ਮਸ਼ੀਨ ਹੈ, ਉਹ ਤੁਸੀਂ ਵੇਖੀ ਹੋਣੀ ਹੈ। ਤੂੜੀ ਵੀ ਉਹਦੇ 'ਚ ਬਰੀਕ ਕਰੀ ਦੀ ਹੈ, ਕਣਕ ਮਕਈ ਬਰੀਕ ਕਰਕੇ ਵਿੱਚ ਚੋਖਾ ਮਿਕਸ ਕਰਕੇ ਸੁਬਾਹ ਦੇ ਟਾਈਮ ਇਹਨਾਂ ਨੂੰ ਚਲਾ ਦਈਦਾ। ਠੀਕ ਹੈ। ਤੇ ਮਾਸ਼ਾਅੱਲਾ ਇਸ ਟਾਈਮ ਟੋਟਲ ਕਿੰਨੇ ਜਾਨਵਰ ਨੇ? ਇਸ ਟਾਈਮ ਜਾਨਵਰ ਤਕਰੀਬਨ 70 ਤੋਂ 75 ਜਾਨਵਰ। ਮਾਸ਼ਾਅੱਲਾ 9-10 ਮਹੀਨੇ ਪਹਿਲੇ ਜਦੋਂ ਇਸ ਕੰਮ ਦਾ ਆਗਾਜ਼ ਕੀਤਾ ਸੀ, ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਇਹਨਾਂ ਤੋਂ ਕਿੰਨੀ ਕੁ ਤੁਹਾਨੂੰ ਕੋਈ ਅਰਨਿੰਗ ਹੋਈ ਹੈ, ਕਿੰਨੇ ਕੁ ਕੋਈ ਸੇਲ ਕੀਤੇ ਜੇ? ਜੀ ਮੈਂ 100 ਜਾਨਵਰ ਲੈ ਕੇ ਆਇਆ ਸਾਜੇ ਤੇ ਤਕਰੀਬਨ 20 ਜਾਨਵਰ ਸੇਲ ਕੀਤੇ। ਮਾਸ਼ਾਅੱਲਾ। ਤੇ ਇਜ਼ਾਫਾ ਕਿੰਨਾ ਕੁ ਹੋਇਆ? ਇਜ਼ਾਫਾ ਤੁਹਾਡੇ ਸਾਹਮਣੇ ਹੀ ਹੈ, ਸਾਰੇ ਜਾਨਵਰ ਫਿਰਦੇ ਟੁਰਦੇ ਨੇ ਬੱਚੇ। ਪਹਿਲੇ ਵਿੱਚ ਜਾਨਵਰ ਕੋਈ ਤਿਆਰ ਹੋ ਗਏ ਨੇ ਸਾਡੇ ਐਸ ਈਦ ਵਾਸਤੇ ਤੇ ਕੁਝ ਬੱਚੇ ਨੇ ਛੋਟੇ। ਠੀਕ ਹੈ ਮਾਸ਼ਾਅੱਲਾ। ਯਾਨੀ ਕਿ ਕੁਝ ਭੇਡਾਂ ਨੇ ਬੱਚੇ ਦਿੱਤੇ ਨੇ ਅੱਗੋਂ? ਜੀ ਬਿਲਕੁਲ, ਦੂਸਰਾ ਸੂਆ ਦੇ ਬੈਠੇ ਜਿਹੜੀਆਂ ਗੱਬਨ ਲੈ ਕੇ ਆਏ ਸਾਂ ਉਹਨਾਂ ਦੂਸਰਾ ਸੂਆ ਵੀ ਦੇ ਦਿੱਤਾ। ਇਸ ਕੰਮ 'ਚ ਕੋਈ ਪਰੇਸ਼ਾਨੀ ਵੀ ਹੁੰਦੀ ਹੈ? ਜੀ ਮਿਹਨਤ ਹੀ ਮੰਗਦਾ ਕੰਮ, ਹੋਰ ਤੇ ਕੋਈ ਖਾਸ ਪਰੇਸ਼ਾਨੀ ਨਹੀਂ ਹੁੰਦੀ। ਇਹ ਜਾਨਵਰ ਜਿਹੜਾ ਨਾ ਸਖਤ ਜਾਨ ਹੁੰਦਾ, ਦੂਸਰਿਆਂ ਦੀ ਨਿਸਬਤ ਇਹ ਸਖਤ ਹੁੰਦਾ, ਇਹਨੂੰ ਬਿਮਾਰੀ ਦਾ ਘੱਟ ਅਸਰ ਹੁੰਦੀ ਹੈ ਇਹਦੇ ਉੱਤੇ। ਅਸੀਂ ਵੈਕਸੀਨੇਸ਼ਨ ਇਹਨਾਂ ਦੀ ਮੁਕੰਮਲ ਰੱਖਦੇ ਹਾਂ, ਡੋਰਮਿੰਗ ਇਹਨਾਂ ਦੀ ਮੁਕੰਮਲ ਰੱਖਦੇ ਹਾਂ, ਅਸੀਂ ਇਹਨਾਂ ਦੀ ਖੁਰਾਕ ਦਾ ਧਿਆਨ ਰੱਖਦੇ ਹਾਂ। ਸਾਨੂੰ ਅਲਹਮਦੁਲਿਲਾ ਕੋਈ ਪਰੇਸ਼ਾਨੀ ਨਹੀਂ ਦਰਪੇਸ਼। ਹੁਣ ਮੌਸਮ ਚੇਂਜ ਹੁੰਦਾ ਹੈ, ਜਦੋਂ ਮੌਸਮ ਚੇਂਜ ਹੋਏ ਜਾਨਵਰਾਂ ਨੂੰ ਬਿਮਾਰੀ ਹੁੰਦੀ ਹੈ, ਕੋਈ ਵੈਕਸੀਨ ਕੀਤੀ ਹੈ ਜਾਂ ਕੋਈ ਦੇਸੀ ਇਲਾਜ ਕੀਤਾ ਹੈ? ਜੀ ਇਹ ਜਦੋਂ ਮੌਸਮ ਚੇਂਜ ਨਾਲ ਪੱਠਾ ਚੇਂਜ ਹੁੰਦਾ ਹੈ, ਅਸੀਂ ਫਿਰ ETV ਦੀ ਵੈਕਸੀਨ ਕਰਨੇ ਆ, ਜਾਂ ਮਤਲਬ ਵਾਇਰਲ ਬਿਮਾਰੀਆਂ ਹੁੰਦੀਆਂ ਨੇ, ਮੂੰਹ ਖੋਰ ਹੁੰਦੀ ਹੈ, PPR ਹੁੰਦੀ ਹੈ, ਇਹਨਾਂ ਦੀ ਅਸੀਂ ਵੈਕਸੀਨੇਸ਼ਨ ਕਰਨੇ ਆ। ਸਾਨੂੰ ਅਲਹਮਦੁਲਿਲਾ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕੋਈ ਦੇਸੀ ਇਲਾਜ ਵੀ ਕੀਤਾ ਜਿਹਨਾਂ ਦਾ? ਨਹੀਂ, ਅਸੀਂ ਜਿਹੜਾ ਜੇ ਨਾ ਦੇਸੀ ਨਹੀਂ ਕਰਦੇ, ਅਸੀਂ ਮੈਡੀਕਲੀ ਕਰਦੇ ਹਾਂ। ਠੀਕ ਹੈ। ਅੱਗੋਂ ਦੋਸਤਾਂ ਨੇ ਕੁਰਬਾਨੀ ਵਾਸਤੇ ਇਹਨਾਂ ਦੇ ਬੱਕਰੇ ਤਿਆਰ ਕਰਨੇ ਨੇ, ਜਿਹੜੇ ਦੋਸਤ ਕੁਰਬਾਨੀ ਵਾਸਤੇ ਮੁੰਦਰੇ ਬੱਕਰੇ ਤਿਆਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦੱਸੋ ਕਿ ਇਹਨਾਂ ਦੀ ਤਿਆਰੀ ਕਿੰਜ ਮੁਮਕਿਨ ਹੈ, ਕਿਉਂਕਿ 6 ਮਹੀਨੇ ਦਾ ਭੇਡ ਦਾ ਜਿਹੜਾ ਬੱਕਰਾ ਉਹਨੇ ਕੁਰਬਾਨੀ ਤੇ ਲੱਗ ਜਾਣਾ ਹੁੰਦਾ ਹੈ। ਜੀ ਜੀ। ਉਹਦੀ ਤਿਆਰੀ ਦੇ ਮੁਤਲਕ ਕੀ ਦੋਸਤਾਂ ਨੂੰ ਕੁਝ ਦੱਸੋ? ਜੀ ਉਹਦੀ ਤਿਆਰੀ ਦੇ ਮੁਤਲਕ ਇਹ ਵੇ ਕਿ ਤੁਸੀਂ ਮਤਲਬ ਬੜਾ ਪੱਠਾ ਯੂਜ਼ ਕਰੋ ਤੇ ਨਾਲ ਖੁਸ਼ਕ ਚਾਰਾ ਲਾਜ਼ਮੀ ਕਰੋ। ਤੁਸੀਂ ਤੂੜੀ ਦਾਣਾ ਫਸਟ ਟਾਈਮ ਚਲਾ ਸਕਦੇ ਹੋ, ਦਾਣੇ ਦਾ ਖਿਆਲ ਰੱਖੋ ਇਹਨਾਂ ਦਾ। ਜੇ ਤੁਸੀਂ ਇਹਨਾਂ ਦੀ ਜ਼ਿਆਦਾ ਤਿਆਰੀ ਕਰਾਉਣਾ ਚਾਹੁੰਦੇ ਹੋ, ਵੰਡਾ ਤੁਸੀਂ ਇਸਤੇਮਾਲ ਕਰ ਸਕਦੇ ਹੋ, ਦੁਕਾਨ ਤੋਂ ਖਰੀਦ ਕੇ ਵੀ ਕਰ ਸਕਦੇ ਹੋ, ਬਜ਼ਾਤੇ ਖੁਦ ਵੀ ਕਰ ਸਕਦੇ ਹੋ, ਜਿਹਦਾ ਪਹਿਲਾਂ ਇੰਟਰਵਿਊ ਦੇ ਚੁੱਕੇ ਹਾਂ, ਜਿਹਦੇ ਵਿੱਚ ਖੱਲ, ਮਕਈ ਦਲੀਆ, ਕਣਕ ਦਲੀਆ, ਚੂਖੜ, ਸੂੜੀ, ਮਿਨਰਲ ਮਿਕਸਚਰ ਅਸੀਂ ਪਾ ਕੇ ਤੇ ਉਹਨੂੰ ਤਿਆਰ ਕਰਨੇ ਆ। ਠੀਕ ਹੈ। ਤੇ ਮਾਰਕੀਟ ਕੈਸੀ ਹੈ ਇਹਨਾਂ ਦੀ, ਸੇਲ ਦੇ ਹਵਾਲੇ ਨਾਲ ਦੱਸੋ? ਬਹੁਤ ਜ਼ਿਆਦਾ ਰੀਸੇਲ ਹੈ ਮੁੰਦਰੇ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਕਿਉਂਕਿ ਇਹਦੇ 'ਚ ਖਸੂਸੀਅਤ ਕਾਫੀ ਨੇ ਦੂਸਰਿਆਂ ਜਾਨਵਰਾਂ ਦੀ ਨਿਸਬਤ। ਮਾਸ਼ਾਅੱਲਾ। 9 ਮਹੀਨੇ 'ਚ ਤੁਸੀਂ ਇਹਨਾਂ ਤੋਂ ਕੀ ਹਾਸਲ ਕੀਤਾ? 9 ਮਹੀਨੇ ਹੋ ਗਏ ਨੇ। ਜੀ ਜੀ। ਕੋਈ ਕਮਾਈ ਹੋਈ ਹੈ ਕਿ ਨਹੀਂ? ਜੀ ਅਸਾਂ ਕਮਾਈ ਕੀਤੀ ਅਲਹਮਦੁਲਿਲਾ। ਦੂਸਰਾ ਅਸਾਂ ਜਿਹੜਾ ਨਾ ਆਪਣਾ ਇੱਕ ਟਾਰਗੇਟ ਬਣਾਇਆ ਹੈ ਕਿ ਅਸੀਂ ਜਿਹੜੇ ਜਾਨਵਰ ਨੇ ਨਾ ਈਦ ਵਾਸਤੇ ਤਿਆਰ ਕਰਨੇ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਈਦ ਵਾਸਤੇ ਜਾਨਵਰ ਤਿਆਰ ਕਰੀਏ। ਇਹ ਅਗਰ ਕੋਈ ਦੋਸਤ ਕੋਈ ਜ਼ਾਤੀ ਤਲਕਲ ਆ ਜਾਏ ਤੇ ਅਸੀਂ ਜਾਨਵਰ ਸੇਲ ਕਰਨੇ ਆ, ਵੈਸੇ ਅਸੀਂ ਬਹੁਤ ਘੱਟ ਕਰਨੇ ਕਿ ਅਸਾਂ ਆਪਣਾ ਮਾਲ ਜਿਹੜਾ ਈਦ ਤੱਕ ਇਨਸ਼ਾਅੱਲਾ ਤਾਲਾ ਲੈ ਕੇ ਜਾਣਾ ਹੈ। ਠੀਕ ਹੈ। ਅੰਨੇ ਜਾਨਵਰਾਂ ਨੂੰ ਕਿੰਨੇ ਦੋਸਤ ਸੰਭਾਲਦੇ ਨੇ ਪਏ? ਜੀ ਅਸੀਂ ਇਹਨਾਂ ਨੂੰ 3 ਬੰਦੇ ਸੰਭਾਲਦੇ ਹਾਂ। ਠੀਕ ਹੈ। ਤੇ ਸਰ ਇਹਨਾਂ ਦਾ ਸਾਲ 'ਚ ਸੂਆ 1 ਲਿੰਦੇ ਹੋ ਜਾਂ 2 ਲਿੰਦੇ ਹੋ? ਸਾਲ 'ਚ 2 ਸੂਏ। 2 ਸੂਏ? ਜੀ ਜੀ। ਮਾਸ਼ਾਅੱਲਾ। ਬੱਕਰੀਆਂ ਨਾਲ ਦੁੱਧ ਵੀ ਦਿਹੜਦੀਆਂ ਨੇ, ਬਾਜ਼ ਦੋਸਤ ਬੱਕਰੀਆਂ ਦੇ ਜਾਵਾਂ ਨੂੰ ਮਹੀਨਾ ਡੇਢ ਦੁੱਧ ਪਿਲਾ ਕੇ ਦੁੱਧ ਖੁਦ ਚੋ ਲੈਂਦੇ ਨੇ। ਇਹਨਾਂ 'ਚ ਵੀ ਕੀ ਸਿਸਟਮ ਹੈ ਜਾਂ ਤੁਸੀਂ ਜਾ ਨਹੀਂ ਪਿਲਾਉਂਦੇ ਹੋ ਸਾਰਾ? ਚੋ ਸਕਦੇ ਹੋ। ਵੇਖੋ ਜੀ ਖੁਰਾਕ ਤੇ ਡਿਪੈਂਡੈਂਟ ਹੁੰਦਾ ਦੁੱਧ। ਸਾਡੇ ਕੋਲ ਇੱਥੇ ਅਲਹਮਦੁਲਿਲਾ ਭੇਡਾਂ ਐਸੀਆਂ ਐਵੇਂ ਨੇ ਜਿਹੜੀਆਂ 1 ਕਿਲੋ ਤੋਂ ਜ਼ਿਆਦਾ ਦੁੱਧ ਦਿੰਦੀਆਂ ਨੇ। ਮਕਸਦ ਇਹ ਵੇ ਕਿ ਅਸਾਂ ਉਹਨਾਂ ਦੀ ਖੁਰਾਕ ਦਾ ਖਿਆਲ ਰੱਖਿਆ ਤੇ ਇਹਦਾ ਦੁੱਧ ਬਹੁਤ ਜ਼ਿਆਦਾ ਮੁਫੀਦ ਹੁੰਦਾ। ਜੇ ਇੱਕ ਦੇਸੀ ਮਿਸਾਲ ਹੈ ਕਿ ਜਿਹੜਾ ਨਾ 7 ਮਲਾਈਆਂ ਲੱਥਦੀਆਂ ਨੇ ਭੇਡ ਦੇ ਦੁੱਧ ਤੋਂ, ਐਡਾ ਸੰਘਣਾ ਤੇ ਗਾੜਾ ਦੁੱਧ ਹੁੰਦਾ ਹੈ। ਮਾਸ਼ਾਅੱਲਾ। ਬਹੁਤ ਜ਼ਿਆਦਾ ਤਾਕਤਵਰ ਦੁੱਧ ਹੁੰਦਾ ਹੈ। ਜਿਹੜੇ ਦੋਸਤ ਸਰ ਇਹ ਕੰਮ ਕਰਨਾ ਚਾਹੁੰਦੇ ਨੇ, ਆਖਰੀ ਸਵਾਲ ਹੈ ਉਹਨਾਂ ਨੂੰ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇ ਦਿਓ। ਬੱਕਰੀਆਂ ਦੇ ਤੇ ਬੇਸ਼ੁਮਾਰ ਇੰਟਰਵਿਊ ਕੀਤੇ ਨੇ ਤੇ ਸਿਆਲਕੋਟ 'ਚ ਮੇਰੇ ਖਿਆਲ ਨਾਲ ਪਹਿਲਾ ਫਾਰਮ ਹੈ ਭੇਡਾਂ ਦਾ ਜਿੱਥੇ ਮੈਂ ਇੰਟਰਵਿਊ ਕਰਨਾ ਪਿਆ। ਜੀ ਇਹ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ
ਕੁਦਰਤ ਦਾ ਨਿਆਬ ਤੋਹਫਾ ਹੈ ਜਿਹੜਾ ਨਾ ਮੁੰਦਰਾ ਜਾਨਵਰ ਸਾਡੇ ਵਾਸਤੇ। ਇਹ ਕੰਨਾਂ ਦੀ ਬਿਮਾਰੀ ਤੋਂ ਬਚਾਓ ਵੇ, ਇਹ ਸਿਹਤ ਜਾਨ ਹੈ। ਇਹ ਦੂਸਰੇ ਜਾਨਵਰਾਂ ਦੀ ਨਿਸਬਤ, ਬੱਕਰੇ ਦੀ ਨਿਸਬਤ ਇਹ ਸਾਲ ਦੇ ਵਿੱਚ ਡਬਲ ਹੋ ਜਾਂਦਾ, ਗਰੋਥ ਸਭ ਤੋਂ ਜ਼ਿਆਦਾ ਜਲਦੀ ਕਰਦਾ ਹੈ। ਇਹਦੀ ਖੁਰਾਕ ਅੱਛੀ ਹੋਵੇ, ਇਹ ਜਾਨਵਰ ਬਣ ਕੇ ਵਹਾਉਂਦਾ। ਮਾਸ਼ਾਅੱਲਾ ਜੀ ਸਰ, ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਤੁਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।